ਕਿ ਬਹੁਤ ਸਾਰੀਆਂ ਜਿਹੜੀਆਂ ਆਈਟਮਸ ਅਸੀਂ ਸਟੋਰਾਂ ਤੋਂ ਗਰੋਸਰੀ ਸਟੋਰਾਂ ਤੋਂ ਖਰੀਦ ਰਹੇ ਹਾਂ। ਉਹ ਕਹਿੰਦੇ ਕਿ ਜਿੱਥੇ ਉਹ ਚੀਜ਼ਾਂ ਬਣ ਰਹੀਆਂ ਨੇ, ਪ੍ਰੋਡਿਊਸ ਹੋ ਰਹੀਆਂ ਨੇ, ਉਹ ਕਹਿੰਦੇ ਵੀ ਸਾਡੇ ਵੱਲੋਂ ਤੇ ਕੋਈ ਰੇਟ ਉਹੀ ਪਹਿਲਾਂ ਵਾਲਾ ਜਾ ਰਿਹਾ ਜੀ। ਇਹ ਜਦੋਂ ਸਟੋਰ ਤੇ ਪਹੁੰਚਦਾ ਇਹ ਰੇਟ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਆਟੇ ਦਾ ਬੈਗ 1.5-2 ਸਾਲ ਪਹਿਲੇ ਜਿਹੜਾ $7 ਦਾ ਸੀ ਅੱਜ $18 ਦਾ ਹੈਗਾ। ਵੀ ਕਿੰਨੀ ਕੁ ਉਹਦੇ ਅੰਦਰ ਸਪਲਾਈ ਚੇਨ ਦੀ ਦਿੱਕਤ ਆ ਗਈ, ਕਿੰਨੀ ਕੁ ਉਹਦੇ ਅੰਦਰ ਜਿਹੜੀ ਹੈ ਕਹਿ ਲਓ ਪੈਂਡੈਮਿਕ ਕਰਕੇ ਬੰਦ ਰਿਹਾ, ਕੋਈ ਐਸੀ ਦਿੱਕਤ ਨਹੀਂ ਲੱਗਦੀ। ਕਿਉਂਕਿ ਹੁਣ ਇੱਕ ਸਵਾਲ ਇਹ ਵੀ ਇਹ ਫਿਕਰ ਕਈਆਂ ਨੂੰ ਕਿ ਜਿਹੜੀਆਂ ਤੁਸੀਂ ਕੀਮਤਾਂ ਇੱਕ ਵਾਰ ਚੁੱਕਤੀਆਂ ਜੀ ਉਹ ਹੁਣ ਫਿਰ ਘਟਦੀਆਂ ਕਦੇ ਨਹੀਂ। ਜਿਹੜੀ ਫੂਡ ਇਨਫਲੇਸ਼ਨ ਕਾਸਟ ਹੈ ਦੈਟ ਇਜ਼ 10.9%, ਹਾਈਐਸਟ ਇਨ ਲਾਸਟ 40 years। ਔਰ ਇਸ ਟਾਈਮ ਲੋਕਾਂ ਕੋਲ ਇਹ ਫੈਸਲਾ ਕਰਨਾ ਮੁਸ਼ਕਲ ਆ ਬਈ ਉਹ ਫੂਡ ਤੇ ਪੈਸੇ ਲਗਾਉਣ, ਰੈਂਟ ਪੇ ਕਰਨ, ਜਾਂ ਬੱਚਿਆਂ ਦੇ ਕੱਪੜੇ ਲਈ, ਜਾਂ ਹੁਣ ਬੱਚਿਆਂ ਦਾ ਬੈਕ ਟੂ ਸਕੂਲ ਹੈ ਉਹਨਾਂ ਦੀ ਪੜ੍ਹਾਈ ਲਈ ਕਿਤਾਬਾਂ ਖਰੀਦਣ, ਜਾਂ ਬੱਚਿਆਂ ਦੀ ਦਵਾਈ ਲੈਣ। ਕਈ ਵਾਰ ਮੈਨੂੰ ਇਉਂ ਲੱਗਦਾ ਕਿ ਵੀ ਜਿਹੜਾ ਇਹ ਪੈਂਡੈਮਿਕ ਹੈ ਨਾ, ਇਹ ਠੀਕ ਹੈ ਕਿ ਸਰਕਾਰ ਦੇ ਸਿਰ, ਆਉਣ ਵਾਲੀਆਂ ਜਨਰੇਸ਼ਨਾਂ ਦੇ ਸਿਰ ਤੇ ਆਪਾਂ ਕਰਜ਼ਾ ਚੜਾ ਦਿੱਤਾ ਹੈ, ਪਰ ਬਾਕੀ ਸਾਰਿਆਂ ਨੇ ਇਹਨੂੰ ਖੂਬ ਲੁੱਟਿਆ। ਇੱਕ ਮੈਨੂੰ ਲਿਸਨਰ ਨੇ ਬੜੀ ਅੱਛੀ ਗੱਲ ਕਹੀ, ਕਹਿੰਦਾ ਜੀ ਸਾਡੇ ਲੋਕਾਂ ਨੇ ਵੀ ਨਾ ਇਹ ਵਧਾਈ ਹੈ। ਮੈਂ ਕਿਹਾ ਕਿੱਦਾਂ? ਕਹਿੰਦਾ ਜੀ ਆਟੇ ਦਾ ਜਦੋਂ ਇੱਕ ਬੈਗ ਚਾਹੀਦਾ ਸੀ ਉਹਨੂੰ ਲੱਗਾ ਪਤਾ ਨਹੀਂ ਇਹ ਪੈਂਡੈਮਿਕ ਕਰਕੇ ਦੁਬਾਰਾ ਆਟਾ ਮਿਲਣਾ ਕਿ ਮਿਲਣਾ, 6 ਬੈਗ ਲਿਆ ਕੇ ਘਰ ਰੱਖ ਲਏ। ਗੱਲ ਸ਼ੁਰੂ ਕੀਤੀ ਸੀ ਅਸੀਂ ਮਹਿੰਗਾਈ ਦੀ ਇਸ ਵੇਲੇ ਹਾਲਤ ਇਹ ਹੈ ਕਿ ਡਲਹੌਜ਼ੀ ਯੂਨੀਵਰਸਿਟੀ ਦੀ ਇੱਕ ਸਟੱਡੀ ਆਈ ਹੈ ਜਿਹਦੇ ਮੁਤਾਬਕ ਕੋਈ 23-24% ਕੈਨੇਡੀਅਨ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਫੂਡ ਦੇ ਖਰਚੇ ਘਟਾ ਦਿੱਤੇ ਨੇ ਮਹਿੰਗਾਈ ਕਰਕੇ। ਕਿਉਂਕਿ ਇੱਕ ਸੈਕਸ਼ਨ ਇਹੋ ਜਿਹਾ ਜਿਨ੍ਹਾਂ ਲਈ ਇਹ ਮਹਿੰਗਾਈ ਇੰਨੀ ਜ਼ਿਆਦਾ ਉਹਨਾਂ ਦੇ ਜਿਹੜਾ ਮੰਥਲੀ ਬਜਟ 'ਤੇ ਅਸਰ ਪਾਉਂਦੀ ਹੈ ਕਿ ਉਹਨਾਂ ਨੂੰ ਆਪਣੇ ਖਾਣੇ 'ਚ, ਆਪਣੇ ਫੂਡ ਦੀ ਜਿਹੜੀ ਖਰੀਦ ਹੈ ਉਹਦੇ 'ਚ ਕਟੌਤੀ ਕਰਨੀ ਪਈ। ਅਤੇ ਮਹਿੰਗਾਈ ਦੇ ਜੋ ਕਾਰਨ ਸਾਨੂੰ ਦੱਸੇ ਜਾਂਦੇ ਨੇ ਉਹ ਦੱਸਿਆ ਜਾਂਦਾ ਹੈ ਕਿ ਸਪਲਾਈ ਚੇਨ ਦੇ ਇਸ਼ੂਜ਼ ਨੇ। ਮਤਲਬ ਕਿ ਸੌਖੇ ਸ਼ਬਦਾਂ 'ਚ ਜਿੱਥੋਂ ਚੀਜ਼ ਬਣ ਰਹੀ ਹੈ ਪਹਿਲਾਂ ਤਾਂ ਉਹਨਾਂ ਦੀ ਪ੍ਰੋਡਕਸ਼ਨ ਕਾਸਟ ਵੱਧ ਗਈ ਹੈ ਲੇਬਰ ਕਰਕੇ, ਜਾਂ ਹੋਰ ਜਿਹੜੀ ਪੈਂਡੈਮਿਕ ਦੌਰਾਨ ਗੜਬੜਾਂ ਹੋਈਆਂ, ਕੁਛ ਵੈਦਰ ਕਰਕੇ। ਫਿਰ ਉੱਥੋਂ ਚੀਜ਼ ਬਣ ਕੇ ਜਦੋਂ ਤੱਕ ਸਟੋਰ ਪਹੁੰਚਣੀ ਆ, ਉਹ ਰਸਤੇ ਦੇ ਜਿਹੜੇ ਪਹੁੰਚਾਉਣ ਦੇ ਖਰਚੇ ਨੇ, ਟਰਾਂਸਪੋਰਟੇਸ਼ਨ ਦੇ ਖਰਚੇ ਨੇ, ਉਹ ਸਾਰੇ ਖਰਚੇ ਐਡ ਹੁੰਦੇ ਗਏ ਅਤੇ ਚੀਜ਼ਾਂ ਮਹਿੰਗੀਆਂ ਹੋ ਗਈਆਂ। ਇਹ ਚੀਜ਼ ਸਾਨੂੰ ਦੱਸੀ ਜਾਂਦੀ ਹੈ। ਪਰ ਜਿਹੜੀ ਚੀਜ਼ ਸਾਨੂੰ ਨਹੀਂ ਦੱਸੀ ਜਾ ਰਹੀ ਉਹ ਇਹ ਹੈ ਕਿ ਚੀਜ਼ਾਂ ਬਣਨ ਤੋਂ ਲੈ ਕੇ ਸਟੋਰ ਤੱਕ ਪਹੁੰਚਣ ਦੇ ਜਿਹੜੇ ਖਰਚੇ ਨੇ ਉਹਨਾਂ ਦੇ ਵਿੱਚ ਕੋਈ ਬਹੁਤ ਵੱਡਾ ਫਰਕ ਇਸ ਵੇਲੇ ਨਹੀਂ ਹੈ। ਬਹੁਤ ਕੁਛ ਜਿਹੜਾ ਹੈ ਸਟੋਰਾਂ 'ਚ ਆ ਕੇ ਐਡ ਹੋ ਰਿਹਾ। ਇਹ ਇੱਕ ਚੀਜ਼ ਹੈ ਜਿਹਦੇ ਵੱਲ ਅਸੀਂ ਅੱਜ ਡਿਸਕਸ ਕਰਨਾ। ਹੀ ਗੱਲ ਕਿੰਨੀ ਕੁ ਸੱਚੀ ਹੈ ਅਤੇ ਇਹਦੇ 'ਚ ਕੀ ਹੋ ਸਕਦਾ, ਇਹਦੇ 'ਚ ਗੌਰਮੈਂਟ ਕੀ ਕਰ ਸਕਦੀ ਹੈ, ਕਿ ਇਹਦੇ 'ਚ ਕੋਈ ਇੰਟਰਵੈਂਸ਼ਨ ਗੌਰਮੈਂਟ ਦੇ ਲੈਵਲ 'ਤੇ ਹੋਣੀ ਚਾਹੀਦੀ ਹੈ, ਜਾਂ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਇਹਨਾਂ ਚੀਜ਼ਾਂ 'ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਸੁਰਿੰਦਰਪਾਲ ਸਿੰਘ ਜੀ ਨੇ ਜਿਹੜੇ ਕਿ ਇਕੋਨਮੀ ਅਤੇ ਫਾਈਨੈਂਸ਼ੀਅਲ ਮਾਰਕੀਟ ਦੇ ਇਸ਼ੂਜ਼ ਦੇ ਉੱਤੇ ਕਮੈਂਟ ਕਰਦੇ ਨੇ, ਅਤੇ ਉਹਨਾਂ ਨਾਲ ਇਹਦੇ ਬਾਰੇ ਗੱਲਬਾਤ ਕਰਾਂਗੇ। ਸੁਰਿੰਦਰਪਾਲ ਜੀ, ਜੀ ਆਇਆਂ ਨੂੰ, ਵੈਲਕਮ। ਥੈਂਕ ਯੂ ਵੈਰੀ ਮਚ ਸ਼ਮਿਲ ਜੀ। ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਸਾਨੂੰ ਉਹ ਰਿਪੀਟ ਕਰਨ ਦੀ ਲੋੜ ਨਹੀਂ ਹੈ ਜੀ। ਪਰ ਮੈਨੂੰ ਕਿਸੇ ਨੇ ਦੱਸਿਆ ਉਹ ਫੂਡ ਸੈਕਟਰ ਨਾਲ ਉਹਨਾਂ ਦਾ ਸੰਬੰਧ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਆਈਟਮਸ ਅਸੀਂ ਸਟੋਰਾਂ ਤੋਂ, ਗਰੋਸਰੀ ਸਟੋਰਾਂ ਤੋਂ ਖਰੀਦ ਰਹੇ ਹਾਂ। ਉਹ ਕਹਿੰਦੇ ਕਿ ਜਿੱਥੇ ਉਹ ਚੀਜ਼ਾਂ ਬਣ ਰਹੀਆਂ ਨੇ, ਪ੍ਰੋਡਿਊਸ ਹੋ ਰਹੀਆਂ ਨੇ, ਉਹ ਕਹਿੰਦੇ ਵੀ ਸਾਡੇ ਵੱਲੋਂ ਤੇ ਕੋਈ ਰੇਟ ਉਹੀ ਪਹਿਲਾਂ ਵਾਲਾ ਜਾ ਰਿਹਾ ਜੀ। ਇਹ ਜਦੋਂ ਸਟੋਰ 'ਤੇ ਪਹੁੰਚਦਾ ਇਹ ਰੇਟ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਸੋ ਇਹ ਕਿਤੇ ਨਾ ਕਿਤੇ ਮੈਨੀਪੂਲੇਸ਼ਨ ਜਿਵੇਂ ਕਾਰ ਇੰਡਸਟਰੀ 'ਚ ਹੋ ਰਹੀ ਹੈ, ਜਿਵੇਂ ਮੈਂ ਕਹੂੰਗਾ ਹਾਊਸਿੰਗ 'ਚ ਵੀ ਇਹੀ ਚੀਜ਼ ਦੇਖੀ ਹੈ। ਕੋਈ ਉਹਨਾਂ ਘਰਾਂ ਨੂੰ ਕੋਈ ਸੋਨਾ ਤਾਂ ਉਹਨਾਂ 'ਚ ਉਗਣ ਨਹੀਂ ਸੀ ਲੱਗ ਪਿਆ ਜੀ। ਜਿਸ ਤਰ੍ਹਾਂ ਉਹ ਮਾਰਕੀਟ ਨੂੰ ਮੈਨੀਪੂਲੇਟ ਕੀਤਾ ਗਿਆ ਕੋਵਿਡ ਦੇ ਨਾਂ ਦੇ ਉੱਤੇ, ਇਸੇ ਤਰ੍ਹਾਂ ਇਹ ਜਿਹੜਾ ਗਰੋਸਰੀ ਜਾਂ ਹੋਰ ਜਿਹੜੀ ਮਾਰਕੀਟ ਹੈ ਇਹਦੇ 'ਚ ਵੀ ਇਹ ਮੈਨੀਪੂਲੇਸ਼ਨ ਹੋ ਰਹੀ ਹੈ। ਤੁਸੀਂ ਸਮਝਦੇ ਹੋ ਕਿ ਇਹ ਚੀਜ਼ ਕੰਮ ਕਰ ਰਹੀ ਲੱਗਦੀ ਹੈ ਕਿਤੇ? ਦੈਟਸ ਵਾਟ ਆਈ ਥਿੰਕ ਸੋ ਆਲਸੋ ਸਰ। ਇਹ ਚੀਜ਼ ਕੰਪਲੀਟ ਡਿਸਟ੍ਰੀਬਿਊਸ਼ਨ ਨੈਟਵਰਕ ਦੇ ਅੰਦਰ ਹੈ। ਨਾਟ ਓਨਲੀ ਦ ਰਿਟੇਲਰਸ, ਦੀ ਹੋਲਸੇਲਰਸ, ਦ ਡਿਸਟ੍ਰੀਬਿਊਟਰਸ, ਜਿੰਨੇ ਵੀ ਇਹਦੇ ਅੰਦਰ ਹੈਗੇ ਬੰਦੇ ਇਨਵੋਲਵ ਨੇ ਸਪਲਾਈ ਚੇਨ ਦੇ ਅੰਦਰ, ਦੇ ਆਰ ਡੈਫੀਨੇਟਲੀ ਐਡਿੰਗ ਟੂ ਇਟ। ਔਰ ਜਿਹੜਾ ਤੁਸੀਂ ਗੱਲ ਕਹੀ ਵੀ ਸਰਕਾਰੀ ਤੌਰ 'ਤੇ ਹਰ ਲੈਵਲ ਆਫ ਗਵਰਨਮੈਂਟ, ਵੈਦਰ ਮਿਊਨਿਸਪਲ ਔਰ ਪ੍ਰੋਵਿੰਸ਼ੀਅਲ ਔਰ ਫੈਡਰਲ, ਇਹਦੇ ਅੰਦਰ ਇੰਟਰਵੈਂਸ਼ਨ ਦੀ ਲੋੜ ਹੈਗੀ ਆ। ਕਿਉਂਕਿ ਤੁਸੀਂ ਐਗਜ਼ਾਮਪਲ ਲਓ ਜੀ, ਆਟੇ ਦਾ ਬੈਗ, ਆਟਾ ਤੇ ਕਣਕ ਸਾਡੇ ਕੈਨੇਡਾ 'ਚ ਹੁੰਦੀ ਆ। ਆਟੇ ਦਾ ਬੈਗ 1.5-2 ਸਾਲ ਪਹਿਲੇ ਜਿਹੜਾ $7 ਦਾ ਸੀ ਅੱਜ $18 ਦਾ ਹੈਗਾ। ਵੀ ਕਿੰਨੀ ਕੁ ਉਹਦੇ ਅੰਦਰ ਸਪਲਾਈ ਚੇਨ ਦੀ ਦਿੱਕਤ ਆ ਗਈ, ਕਿੰਨੀ ਕੁ ਉਹਦੇ ਅੰਦਰ ਜਿਹੜੀ ਹੈ ਕਹਿ ਲਓ ਪੈਂਡੈਮਿਕ ਕਰਕੇ ਬੰਦ ਰਿਹਾ, ਕੋਈ ਐਸੀ ਦਿੱਕਤ ਨਹੀਂ ਲੱਗਦੀ। ਕਣਕ ਤਾਂ ਹੋਈ ਲਾਉਣਾ ਸ਼ੁਰੂ ਕਰ ਦਿੱਤਾ ਸਟੋਰਾਂ ਵਾਲਿਆਂ ਨੇ।
ਹਾਂਜੀ, ਮਤਲਬ ਹਰ ਇੱਕ ਲੈਵਲ ਤੇ ਆਈ ਵੋਂਟ ਸੇ ਜਸਟ ਵਨ ਲੈਵਲ, ਐਵਰੀ ਲੈਵਲ ਹੋਰਡਰਸ ਵੀ ਹੈਗੇ ਨੇ, ਸਪੈਕੂਲੇਟਰਸ ਵੀ ਹੈਗੇ ਨੇ, ਔਰ ਟ੍ਰੇਡਰਸ ਵੀ ਨੇ, ਇਹਦੇ ਅੰਦਰ ਰਿਟੇਲਰਸ ਵੀ ਨੇ। ਹਰ ਇੱਕ ਲੈਵਲ ਤੇ ਉਹਨਾਂ ਨੇ ਜਿਹੜਾ ਹੈ ਜੀ ਆਪਣਾ ਮੌਕੇ ਤੇ ਚੌਕਾ ਲਾਣਾ ਸ਼ੁਰੂ ਕਰਤਾ ਜੀ। ਤੇ ਇਹ ਤੇ ਫਿਰ ਦੇਖੋ ਹੁਣ ਮਤਲਬ ਉਸ ਤਰ੍ਹਾਂ ਜਿਵੇਂ ਕਾਰ ਇੰਡਸਟਰੀ 'ਚ ਪਹਿਲਾਂ ਆਰਗੂਮੈਂਟ ਇਹ ਦਿੱਤੀ ਗਈ ਸੀ ਕਿ ਜੀ ਉਹ ਚਿਪ ਨੇ, ਜੀ ਚਿਪ ਹੈ ਜਿਹੜੇ ਉਹ ਸੈਂਸਰ ਵਾਸਤੇ ਚਾਹੀਦੀ ਹੈ, ਉਹਦੀ ਸਪਲਾਈ ਘੱਟ ਹੈ, ਪਿੱਛੋਂ ਘੱਟ ਆ ਰਹੀ ਹੈ। ਉਸ ਚੀਜ਼ ਨੂੰ ਐਸਾ ਐਕਸਪਲੋਇਟ ਕੀਤਾ ਕਾਰ ਇੰਡਸਟਰੀ ਨੇ ਜੀ ਕਿ ਉਹਨਾਂ ਨੂੰ ਇਹ ਰਾਸ ਆ ਗਿਆ ਕਿ ਇਹਦੇ ਨਾਲ ਤਾਂ ਉਹਨਾਂ ਨੂੰ ਮੌਜ ਲੱਗ ਗਈ ਹੈ, ਕਾਰਾਂ ਥੋੜ੍ਹੀਆਂ ਬਣਾਉਂਦੇ ਨੇ, ਪੈਸੇ ਵੱਧ ਕਮਾ ਰਹੇ ਨੇ। ਜੀ ਸੋ ਸੇਮ ਚੀਜ਼ ਸਾਰੇ ਖੇਤਰਾਂ 'ਚ ਹੁਣ ਦੇਖੀ ਜਾ ਰਹੀ ਹੈ। ਕਾਰ ਇੰਡਸਟਰੀ ਦੀ ਗੱਲ ਕੀਤੀ ਸ਼ਮੀਲ ਜੀ, ਕੱਲ ਫੋਰਡ ਕੰਪਨੀ ਨੇ ਇੱਕ ਪ੍ਰੀਲਿਮਿਨਰੀ ਵਾਰਨਿੰਗ ਇਸ਼ੂ ਕੀਤੀ ਆ। ਫੋਰਡ ਬਹੁਤ ਵੱਡੀ ਕਾਰਾਂ ਦੀ ਮੈਨੂਫੈਕਚਰਿੰਗ ਕੰਪਨੀ ਹੈ। ਵਿਦਿਨ 1 day $6 billion have been wiped out from their market share। ਔਰ ਉਸ ਕੰਪਨੀ ਨੇ ਕਿਹਾ ਮੋਰ ਦੈਨ $1 billion ਦਾ ਉਹਨੂੰ ਨੁਕਸਾਨ ਹੋਇਆ ਬਿਕਾਜ਼ ਆਫ ਦ ਸਪਲਾਈ ਚੇਨ। ਸੋ ਇਟ ਇਜ਼ ਨਾਟ ਦੀ ਮੈਨੂਫੈਕਚਰਰਸ ਹੂ ਆਰ ਮਿੰਟਿੰਗ ਮਨੀ, ਇਟ ਇਜ਼ ਦੀ ਬਿਟਵੀਨ ਜਿਹੜੇ ਡਿਸਟਰੀਬਿਊਸ਼ਨ ਚੈਨਲ ਦੇ ਬੰਦੇ ਹੈਗੇ ਨੇ, ਚਾਹੇ ਉਹ ਡਿਸਟਰੀਬਿਊਟਰਸ ਨੇ, ਚਾਹੇ ਰਿਟੇਲਰਸ ਨੇ, ਹੋਲਸੇਲਰ ਨੇ, ਜਾਂ ਕਾਰਾਂ ਚਲੇ ਜਾਓ ਜਿਹੜੇ ਡੀਲਰਸ਼ਿਪਸ ਨੇ, ਜਾਂ ਹੋਰ ਵਿੱਚ ਇਨਵੋਲਵ ਬੰਦੇ ਨੇ, ਉਹਨਾਂ ਲੋਕਾਂ ਨੇ ਇਹਦੇ ਅੰਦਰ ਜਿਹੜਾ ਹੈ ਜ਼ਿਆਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਕੋਵਿਡ ਦੇ ਨਾਂ ਦੇ ਉੱਤੇ। ਜੀ ਇਹ ਜਿਹੜਾ ਸਾਰਿਆਂ ਨੇ ਹੀ ਫਾਇਦਾ ਉਠਾਉਣਾ ਸ਼ੁਰੂ ਕੀਤਾ, ਉਹ ਇੱਕ ਫੈਕਟਰ ਹੈ। ਹੁਣ ਸਰਕਾਰ ਸਿਰਫ ਇਕੱਲਾ ਜਿਹੜਾ ਰੇਟ ਆਫ ਇੰਟਰਸਟ ਨਾਲ ਇਹਨੂੰ ਘਟਾਉਣਾ ਚਾਹੁੰਦੀ ਹੈ ਜੀ, ਪਰ ਕੀ ਸਵਾਲ ਇਹ ਉੱਠ ਰਿਹਾ ਕਿ ਕੀ ਸਰਕਾਰ ਨੂੰ ਇਸ ਤੋਂ ਕੁਝ ਵੱਧ ਕਰਨ ਦੀ ਲੋੜ ਹੈ? ਕੀ ਇਕੱਲਾ ਸਿਰਫ ਇਹੀ ਇੱਕ ਸਹੀ ਅਪਰੋਚ ਹੈ ਕਿ ਤੁਸੀਂ ਰੇਟ ਆਫ ਇੰਟਰਸਟ ਵਧਾਈ ਜਾਓ? ਕਿਉਂਕਿ ਹੁਣ ਇੱਕ ਸਵਾਲ ਇਹ ਵੀ ਹੈ ਫਿਕਰ ਕਈਆਂ ਨੂੰ ਕਿ ਜਿਹੜੀਆਂ ਤੁਸੀਂ ਕੀਮਤਾਂ ਇੱਕ ਵਾਰ ਚੁੱਕਤੀਆਂ ਜੀ, ਉਹ ਹੁਣ ਫਿਰ ਘਟਦੀਆਂ ਕਦੇ ਨਹੀਂ। ਜੀ ਦੇਖੋ ਸ਼ਮੀਲ ਜੀ, ਸਰਕਾਰ ਨੇ ਤਾਂ ਜਿਹਨਾਂ ਆਪਣਾ ਪੱਲਾ ਝਾੜਿਆ ਹੋਇਆ ਜੀ, ਬੈਂਕ ਆਫ ਕੈਨੇਡਾ ਹੀ ਕਰੂਗਾ ਸਰ ਕੁਝ। ਦੇਖੋ ਬੈਂਕ ਆਫ ਕੈਨੇਡਾ ਵਿਲ ਡਿਸਾਈਡ ਦ ਇੰਟਰਸਟ ਰੇਟਸ ਐਂਡ ਦੈਟ ਇਜ਼ ਸਟਾਰਟਿੰਗ ਟੂ ਵਰਕ। ਤੁਸੀਂ ਆ ਪਿਛਲੇ ਆંકੜੇ ਜਿਹੜੇ ਆਏ ਆ ਇੱਕ ਦਿਨ ਪਹਿਲਾਂ, ਇਨਫਲੇਸ਼ਨ ਇਜ਼ 7%, ਦੈਟ ਇਜ਼ ਅ ਗੁੱਡ ਨੰਬਰ, ਵੀ ਆਰ ਮੂਵਿੰਗ ਇਨ ਅ ਰਾਈਟ ਡਾਇਰੈਕਸ਼ਨ। ਬਟ ਐਟ ਦ ਸੇਮ ਟਾਈਮ ਜਿਹੜੀ ਫੂਡ ਇਨਫਲੇਸ਼ਨ ਕਾਸਟ ਹੈ ਦੈਟ ਇਜ਼ 10.9%, ਹਾਈਐਸਟ ਇਨ ਲਾਸਟ 40 years। ਔਰ ਫੂਡ 'ਤੇ ਜੇ ਤੁਸੀਂ ਦੇਖੋ ਇਹ ਹਾਲਾਤ ਹੈਗੇ ਇਸ ਟਾਈਮ, ਜਿਹੜਾ ਤੁਸੀਂ ਹੁਣੇ ਦੱਸਿਆ ਬਈ 1 in 6 ਕੈਨੇਡੀਅਨ ਫੈਮਲੀਜ਼ ਆਰ ਫੀਲਿੰਗ ਦ ਪਿੰਚ। ਔਰ ਇਸ ਟਾਈਮ ਲੋਕਾਂ ਕੋਲ ਇਹ ਫੈਸਲਾ ਕਰਨਾ ਮੁਸ਼ਕਲ ਆ ਬਈ ਉਹ ਫੂਡ 'ਤੇ ਪੈਸੇ ਲਗਾਉਣ, ਰੈਂਟ ਪੇ ਕਰਨ, ਜਾਂ ਬੱਚਿਆਂ ਦੇ ਕੱਪੜੇ ਲਈ, ਜਾਂ ਹੁਣ ਬੱਚਿਆਂ ਦਾ ਬੈਕ ਟੂ ਸਕੂਲ ਹੈ ਉਹਨਾਂ ਦੀ ਪੜ੍ਹਾਈ ਲਈ ਕਿਤਾਬਾਂ ਖਰੀਦਣ, ਜਾਂ ਬੱਚਿਆਂ ਦੀ ਦਵਾਈ ਲੈਣ। ਮਤਲਬ ਲੋਕਾਂ ਕੋਲ ਇਹ ਡਿਸਾਈਡ ਕਰਨਾ ਇਹਨਾਂ ਪੈਸਿਆਂ 'ਚ ਵੀ ਕੀ ਕਰਨਾ ਚਾਹੀਦਾ ਆ, ਨਾ ਕਿ ਕੋਈ ਲਗਜ਼ਰੀ ਗੁੱਡਸ ਜਾਂ ਕੋਈ ਹੋਰ ਐਂਟਰਟੇਨਮੈਂਟ ਜਾਂ ਕੋਈ ਚੀਜ਼ਾਂ ਹੈਗੀਆਂ ਨੇ। ਸੋ ਇਹ ਬੜਾ ਵੱਡਾ ਇਸ਼ੂ ਹੈਗਾ ਆ। ਔਰ ਜਿਹੜਾ ਹੁਣ ਬੈਂਕ ਆਫ ਕੈਨੇਡਾ ਦੇ, ਚਲੋ ਠੀਕ ਹੈ ਜੀ, ਇੰਟਰਸਟ ਵਧਾ ਕੇ ਆਪਣਾ ਪੱਲਾ ਝਾੜ ਲਿਆ, ਪਰ ਸਰਕਾਰਾਂ ਜਿਹੜੀਆਂ ਨੇ, ਮੈਂ ਇਕੱਲੀ ਫੈਡਰਲ ਸਰਕਾਰ ਨਹੀਂ, all levels of the government। ਪਰ ਹੁਣ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਮੇਰੇ ਅਜੇ ਤੱਕ ਕੋਈ ਇਹੋ ਜਿਹਾ ਪੀਸ ਨਜ਼ਰ 'ਚ ਨਹੀਂ ਆਇਆ, ਈਵਨ ਜਿਹੜਾ ਸਾਡਾ ਸੋ ਕਾਲਡ ਨੈਸ਼ਨਲ ਮੀਡੀਆ ਉਹਦੇ 'ਚ ਇਸ ਪੱਖ ਤੋਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ ਜਿਹੜਾ ਮਾਰਕੀਟ ਦੇ ਵਿੱਚ ਇਹ ਕੰਮ ਸ਼ੁਰੂ ਹੋ ਗਿਆ ਜੀ। ਇੱਕ ਜਿਹੜੇ ਵਿਚਾਰਲੀ ਲੌਬੀ ਹੈ ਉਹਨਾਂ ਨੇ ਪੂਰਾ ਹਾਈਜੈਕ ਕਰ ਲਿਆ ਔਰ ਇਸ ਚੀਜ਼ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ। ਜੀ, ਆਈ ਥਿੰਕ ਸਰ ਥੀਸ ਅਗੇਨ ਜਿਹੜਾ ਨੈਸ਼ਨਲ ਮੀਡੀਆ ਹੈ, they get the advertising bills from all the big grocery stores also। ਔਰ ਸੈਕੰਡ ਜਿਹੜਾ ਹੈ ਕਿ ਇਹ ਤੁਸੀਂ ਦੇਖੋ, ਸ਼ਾਇਦ ਤੁਹਾਨੂੰ ਮੈਂ ਕੱਲ੍ਹ ਇੱਕ ਈਮੇਲ ਭੇਜੀ ਸੀ, ਕੰਪੈਰੇਟਿਵ ਐਨਾਲਿਸਿਸ ਆਫ ਫੂਡ ਪ੍ਰਾਈਸਿਸ। ਅਸੀਂ ਇੱਥੇ ਕਹਿੰਦੇ ਸਪਲਾਈ ਚੇਨ ਹੈ ਜੀ, ਕੋਵਿਡ ਕਰਕੇ ਹੈ ਜੀ, ਜਾਂ ਗੈਸ ਪ੍ਰਾਈਸਿਸ ਕਰਕੇ ਹੈ। ਇਫ ਯੂ ਕੰਪੇਅਰ, ਮੈਂ ਤੁਹਾਨੂੰ ਇੱਕ ਵੈਬਸਾਈਟ ਭੇਜ ਸਕਦਾ, ਕੋਈ ਸਰੋਤਾ ਚਾਹੇ, ਉਹ ਬੜੀ ਇੰਟਰਸਟਿੰਗ ਇਨਫੋਰਮੇਸ਼ਨ ਹੈ ਜੀ, ਤੁਸੀਂ ਉਹ ਆਪਾਂ ਸ਼ੇਅਰ ਕਰਦੇ ਹਾਂ ਉਹਦੇ ਬਾਰੇ। ਤੁਸੀਂ ਕੁਛ ਆਈਟਮ ਦਾ ਕੰਪੈਰੀਜ਼ਨ ਸ਼ੇਅਰ ਕਰਨਾ। ਸੁਰਿੰਦਰਪਾਲ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਗਲੋਬਲ ਸਪਲਾਈ ਚੇਨ ਦੇ ਇਸ਼ੂਜ਼ ਨੇ, ਇਸ ਕਰਕੇ ਸਾਰੀ ਦੁਨੀਆ 'ਚ ਇਨਫਲੇਸ਼ਨ ਹੈਗੀ, ਪਰ ਉਹਦਾ ਇੰਪੈਕਟ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ 'ਚ ਸਾਨੂੰ ਜ਼ਿਆਦਾ ਨਜ਼ਰ ਆ ਰਿਹਾ। ਤੁਸੀਂ ਕੁਛ ਸ਼ੇਅਰ ਕਰ ਰਹੇ ਸੀ ਕੰਪੈਰੀਜ਼ਨ ਕਿ ਕੁਛ ਆਈਟਮ ਦਾ ਕਿ US ਨਾਲ ਜਾਂ ਦੁਨੀਆ ਦੇ ਹੋਰ ਹਿੱਸਿਆਂ ਨਾਲੋਂ ਕੈਨੇਡਾ 'ਚ ਕਿੰਨੀਆਂ ਮਹਿੰਗੀਆਂ ਨੇ ਉਹ। ਸ਼ੋਰ ਸ਼ਮੀਲ ਜੀ, ਦੇਖੋ ਇਨਫਲੇਸ਼ਨ ਸਭ ਤੋਂ ਵੱਧ ਇਸ ਟਾਈਮ ਯੂਰਪ 'ਚ। ਹਾਂਜੀ, ਯੂਰਪ ਦੇ ਅੰਦਰ ਕਿਸੇ ਕੰਟਰੀ 19% ਇਨਫਲੇਸ਼ਨ ਵੀ ਹੈ। ਹਾਂਜੀ, ਔਰ ਇੰਗਲੈਂਡ ਦੇ ਅੰਦਰ ਹੈ। ਸੋ ਆਈ ਪਿਕਡ ਅਪ ਇੰਗਲੈਂਡ, ਆਈ ਕੰਪੇਅਰ 2 cities, ਲੰਡਨ ਵਰਸਸ ਟੋਰਾਂਟੋ। ਤੇ ਇੱਕ ਵੈਬਸਾਈਟ ਹੈ, ਇਹਦੇ ਅੰਦਰ ਜਦੋਂ ਮੈਂ ਪਾਏ ਦੋਨਾਂ ਦੇ ਕੰਪੈਰੀਜ਼ਨ, ਉਹਨੂੰ ਕੈਨੇਡੀਅਨ ਡਾਲਰ ਦੇ ਅੰਦਰ ਤੁਸੀਂ ਕਨਵਰਟ ਕਰ ਲਓ ਪਾਉਂਡ ਨੂੰ, ਤੇ ਜਿਹੜਾ ਮਿਲਕ ਹੈ 44% ਚੀਪਰ ਹੈ ਲੰਡਨ 'ਚ। ਔਰ ਫਰੈਸ਼ ਬ੍ਰੈਡ ਜਿਹੜੀ ਹੁੰਦੀ ਆ, ਬ੍ਰੈਡ ਸਾਡੇ ਕਣਕ ਤੇ ਇੱਥੇ ਹੀ ਹੁੰਦੀ ਆ, 50% ਚੀਪਰ ਹੈ ਲੰਡਨ ਦੇ ਅੰਦਰ। ਰਾਈਸ ਇਜ਼ 48% ਚੀਪਰ, ਐਗਸ ਆਰ 21% ਚੀਪਰ, ਲੋਕਲ ਚੀਜ਼ ਇਜ਼ 30% ਚੀਪਰ, ਚਿਕਨ ਇਜ਼ 40% ਚੀਪਰ,
Beef is 25% cheaper. Apples, banana, oranges, tomato, you name anything. Everything is ਮਤਲਬ ਓਵਰਆਲ ਇਨਫਲੇਸ਼ਨ ਰੇਟ ਭਾਵੇਂ ਯੂਕੇ ਦਾ ਇੰਨਾ ਜ਼ਿਆਦਾ ਹੈ Yes. ਪਰ ਜਿਹੜੀਆਂ ਫੂਡ ਆਈਟਮਸ ਨੇ ਇੰਨੀਆਂ ਸਸਤੀਆਂ ਨੇ ਟੋਰਾਂਟੋ ਦੇ ਮੁਕਾਬਲੇ। Yes, ਇਸ ਦੇ ਬਾਵਜੂਦ ਕਿ ਉਹਨਾਂ ਦਾ ਇਨਫਲੇਸ਼ਨ 19% ਆ, ਇਸ ਦੇ ਬਾਵਜੂਦ 30 to 40% ਅਕ੍ਰੋਸ ਦ ਬੋਰਡ ਉਹਨਾਂ ਦੀ ਫੂਡ ਆਈਟਮਸ ਟੋਰਾਂਟੋ ਨਾਲੋਂ ਸਸਤੀਆਂ ਨੇ ਸਰ। ਔਰ ਯੂਐਸ ਚ ਵੀ ਸੇਮ ਚੀਜ਼। ਯੂਐਸ ਤੁਸੀਂ ਚਲੇ ਜਾਓ, ਯੈਸ ਤੁਸੀਂ ਦੇਖੋ ਬਹੁਤ ਸਾਰੇ ਲੋਕ ਕਈ ਗਰੋਸਰੀ ਯੂਐਸ ਤੇ ਜਿਹੜੇ ਬਾਰਡਰ ਟਾਊਨਸ, ਕਈ ਵਿੰਡਸਰ ਰਹਿੰਦੇ ਆ, ਬਫਲੋ ਰਹਿੰਦੇ ਨੇ, ਨਿਆਗਰਾ ਫਾਲ ਦੇ ਕੋਲ ਰਹਿੰਦੇ ਨੇ, ਕਈ ਉੱਥੋਂ ਲੈ ਕੇ ਆਉਂਦੇ ਨੇ ਦੁੱਧ, ਅੰਡੇ ਵਗੈਰਾ। ਸੋ ਇਹਦਾ ਮਤਲਬ ਇਹ ਆ ਕਿ ਜੋ ਮਹਿਸੂਸ ਹੋ ਰਿਹਾ ਇਸ ਤੋਂ ਕਿ ਜਿਹੜੀ ਗੜਬੜ ਹੋ ਰਹੀ ਹੈ ਲੋਕਲ ਜਿਹੜੇ ਆਪਣੇ, ਜਿਵੇਂ ਮੇਰੇ ਕੋਲ ਕੁਝ ਮੈਸੇजेस ਨੇ ਵੀ ਸਟੋਰਾਂ ਵਾਲਿਆਂ ਦਾ ਲਾਲਚ ਵੱਧ ਗਿਆ ਜੀ, ਉਹਨਾਂ ਨੇ ਕੰਮ ਚੁੱਕ ਦਿੱਤਾ ਤੇ ਸਾਰੇ ਹੀ ਸਟੋਰ, ਇਹ ਨਹੀਂ ਕਿ ਕਈ ਤਾਂ ਸਾਡੇ ਮੇਰੇ ਕੋਲ ਇਦਾਂ ਦੀ ਵੀ ਫੀਡਬੈਕ ਆਉਂਦੀ ਹੈ ਜੀ ਸਾਡੇ ਦੇਸੀ ਸਟੋਰਾਂ ਵਾਲਿਆਂ ਨੇ ਕਰਤਾ, ਪਰ ਗੱਲ ਇਕੱਲੇ ਦੇਸੀਆਂ ਦੀ ਨਹੀਂ, ਸਾਰਿਆਂ ਨੇ ਕੀਤਾ ਹੋਇਆ। ਐਬਸੋਲੂਟਲੀ ਈਵਨ ਸਰ। ਜਿਹੜੇ ਬਿਗ ਸਟੋਰਸ ਨੇ ਉਹਨਾਂ ਨੇ ਵੀ ਇਹੀ ਕੁਝ ਕੀਤਾ ਹੋਇਆ। ਦੇਖੋ ਕੋਈ 1.5-2 ਮਹੀਨੇ ਪਹਿਲਾਂ ਨਾ ਲੌਬਲਾਸ ਦੀ ਇੱਕ ਰਿਪੋਰਟ ਸੀਗੀ, ਉਹਨੂੰ ਸੀਐਫਓ ਦੇ ਕਿਸੇ ਨੇ, ਰਿਪੋਰਟਰ ਨੇ ਸੀਐਫਓ ਨੂੰ ਪੁੱਛਿਆ ਕੁਆਟਰਲੀ ਅਰਨਿੰਗਸ ਤੇ ਵੀ ਇਨਫਲੇਸ਼ਨ ਕਰਕੇ ਕੀ ਤੁਹਾਡਾ ਪ੍ਰੋਫਿਟ ਆਉਣ ਵਾਲੇ ਕੁਆਟਰ 'ਚ ਘਟੇਗਾ। ਉਹਦੀ ਇਹ ਸਟੇਟਮੈਂਟ ਸੀਗੀ ਕਿ ਆਵਰ ਪ੍ਰੋਫਿਟ ਇਜ਼ ਨਾਟ ਬੇਸਡ ਔਨ ਇਨਫਲੇਸ਼ਨ, ਇਜ਼ ਬੇਸਡ ਔਨ ਕੰਪੈਟੀਟਿਵ ਪ੍ਰਾਈਸਿਸ। ਬਈ ਜੇ ਕੋਈ ਦੂਜੇ ਪ੍ਰਾਈਸ ਘਟਾਉਣਗੇ ਤੇ ਫਿਰ ਘਟਾਵਾਂਗੇ, ਇਨਫਲੇਸ਼ਨ ਸਾਨੂੰ ਕੋਈ ਫਰਕ ਨਹੀਂ ਪੈਂਦਾ। they will keep on passing on ਔਰ ਆਪਣਾ ਮਾਰਕਅਪ ਜਿਹੜਾ ਹੈ ਅੱਗੇ ਨਾਲੋਂ ਵੀ ਮੇਰੇ ਖਿਆਲ ਨਾਲ ਪਰਸੈਂਟੇਜ ਵਧਾ ਦਿੱਤਾ ਹੋਏਗਾ। ਤੁਸੀਂ ਇਹ ਦੇਖੋ ਗਰੋਸਰੀ ਸਟੋਰਸ ਨੇ ਜਿੰਨੀਆਂ ਵੀ ਸਪਲਾਈ ਚੇਨ ਗਰੋਸਰੀ ਦੀਆਂ ਹੈਗੀਆਂ ਕੰਪਨੀਆਂ, ਮੈਂ ਲੋਕਲ ਆਪਣੇ ਨਹੀਂ ਕਹਿੰਦਾ, ਵੱਡੀਆਂ ਕੰਪਨੀਆਂ ਨੇ ਵੀ ਉਹਨਾਂ ਦਾ ਪ੍ਰੋਫਿਟ ਕਿਤੇ ਤੇ ਕਿਤੇ ਪਹੁੰਚ ਗਿਆ ਸਰ ਪਿਛਲੇ 2 ਸਾਲ 'ਚ। ਅੱਛਾ ਇੱਕ ਗੱਲ ਹੋਰ, ਮੈਂ ਪਿਛਲੇ ਹਫ਼ਤੇ ਕਿਸੇ ਹੋਰ ਜਗ੍ਹਾ ਗੱਲ ਕਰ ਰਿਹਾ ਸੀ, ਇੱਕ ਮੈਨੂੰ ਲਿਸਨਰ ਨੇ ਬੜੀ ਅੱਛੀ ਗੱਲ ਕਹੀ, ਕਹਿੰਦਾ ਜੀ ਸਾਡੇ ਲੋਕਾਂ ਨੇ ਵੀ ਨਾ ਇਹ ਵਧਾਈ ਹੈ। ਮੈਂ ਕਿਹਾ ਕਿੱਦਾਂ? ਕਹਿੰਦਾ ਜੀ ਆਟੇ ਦਾ ਜਦੋਂ ਇੱਕ ਬੈਗ ਚਾਹੀਦਾ ਸੀ ਉਹਨੂੰ ਲੱਗਾ ਪਤਾ ਨਹੀਂ ਇਹ ਪੈਂਡੈਮਿਕ ਕਰਕੇ ਦੁਬਾਰਾ ਆਟਾ ਮਿਲਣਾ ਕਿ ਨਹੀਂ ਮਿਲਣਾ, 6 ਬੈਗ ਲਿਆ ਕੇ ਘਰ ਰੱਖ ਲਏ। ਤੇ ਜਦੋਂ ਤੁਸੀਂ ਆਪ ਵੀ ਹੋਰਡਿੰਗ ਕਰ ਨਾ ਚਾਹੁੰਦੇ ਹੋਏ ਵੀ ਨਾ, ਉਹ ਤਾਂ ਗੱਲ ਹੁਣ ਪੁਰਾਣੀ ਹੋ ਗਈ ਹੈ, ਉਹ ਤਾਂ ਮੇਰੇ ਖਿਆਲ ਮਾਰਕੀਟ ਸੈਟਲ ਹੋ ਗਈ ਉਸ ਪੱਖੋਂ ਤਾਂ। ਜੀ। ਪਰ ਹੁਣ ਇਹਦੇ 'ਚ ਇਸ਼ੂ ਇਹ ਹੈ ਜੀ ਕਿ ਜਿਹੜਾ ਵੱਡਾ ਸਵਾਲ ਹੈ ਜਿਹੜਾ ਸਾਰੀ ਅੱਜ ਦੀ ਡਿਸਕਸ਼ਨ ਦਾ, ਕਿ ਇਹਦੇ 'ਚ ਗਵਰਨਮੈਂਟ ਨੂੰ ਇੰਟਰਵੀਨ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ। ਕਿਉਂਕਿ ਇੱਦਾਂ ਤੇ ਤੁਸੀਂ ਮਾਰਕੀਟ ਫੋਰਸਿਸ ਨੂੰ ਨਹੀਂ ਪਲੇ ਕਰਨ ਦੇ ਸਕਦੇ ਕਿ ਉਹ ਜਿਵੇਂ ਕਾਰ ਇੰਡਸਟਰੀ ਕਰ ਰਹੀ ਹੈ ਇੱਦਾਂ ਹੀ ਇਹ ਫੂਡ ਇੰਡਸਟਰੀ ਜੇ ਇੱਦਾਂ ਕਰਨ ਲੱਗੀ ਤੇ ਬੇਸਿਕ ਚੀਜ਼ਾਂ ਨੇ। ਐਬਸੋਲੂਟਲੀ ਸਰ, ਤੁਸੀਂ ਕੋਈ ਵੀ ਚੀਜ਼ ਦੇਖੋ ਤੇ ਰੈਗੂਲੇਟਡ ਹੈ। ਰੈਂਟ ਕੰਟਰੋਲ ਐਕਟ ਹੈ ਕਿ ਨਹੀਂ? ਰੈਂਟ ਨੂੰ ਸਰਕਾਰ ਕੰਟਰੋਲ ਕਰਦੀ ਹੈ, ਤੁਸੀਂ ਕਿੰਨਾ ਕਿਰਾਇਆ ਵਧਾ ਸਕਦੇ ਹੋ। ਤੇ ਫੂਡ ਬਿਲਸ ਨੂੰ ਕਿਉਂ ਨਹੀਂ ਸਰਕਾਰ ਕੰਟਰੋਲ ਕਰਦੀ? ਈਵਨ ਇੰਸ਼ੋਰੈਂਸ, ਕਾਰ ਇੰਸ਼ੋਰੈਂਸ ਦੀ ਪ੍ਰੀਮੀਅਮ ਹੈ, ਉਹਨੂੰ ਵੀ ਤੁਹਾਨੂੰ ਜਿਹੜਾ ਹੈ ਫਿਸਕੋ ਤੋਂ ਜਾਂ FSRA ਤੋਂ ਇੰਸ਼ੋਰੈਂਸ ਕੰਪਨੀ ਨੂੰ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਵੀ ਇੰਨਾ ਪ੍ਰਾਈਸ ਅਸੀਂ ਇਸ ਤਰੀਕੇ ਨਾਲ ਵਧਾ ਸਕਦੇ ਹਾਂ। ਸੋ ਆਈ ਥਿੰਕ ਵੀ ਲਿਵ ਇਨ ਅ ਕੈਪੀਟਲਿਸਟ ਸੋਸਾਇਟੀ ਔਰ ਇਹਨੂੰ ਛੱਡ ਦਿੱਤਾ ਗਿਆ ਆਮ ਬੰਦੇ ਨੂੰ ਕਿ ਜੋ ਮਰਜ਼ੀ ਤੁਸੀਂ ਇਹਦੀ ਖੱਲ ਲਾ ਲਓ। ਮੇਰੇ ਹਿਸਾਬ ਦੇ ਨਾਲ ਜੀ ਇਹਦੇ ਅੰਦਰ ਸਰਕਾਰ ਨੂੰ ਕੁਛ ਨਾ ਕੁਛ ਕੋਈ ਐਸਾ ਬਿੱਲ ਡਿਫਰੈਂਟ ਲੈਵਲਸ 'ਤੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਆ ਜਿਹਦੇ ਅੰਦਰ ਕਿ ਇਹ ਫਿਕਸ ਕੀਤਾ ਜਾਵੇ ਵੀ ਤੁਸੀਂ ਕਿੰਨਾ ਮਾਰਕਅਪ ਲੈ ਸਕਦੇ ਹੈ ਜਾਂ ਤੁਸੀਂ ਕਿਸ ਕਿਸ ਹੱਦ ਤੱਕ ਜਾ ਸਕਦੇ ਹੈ, ਬਜਾਏ ਕਿ ਜੇ ਤੁਸੀਂ ਕੋਈ ਚੀਜ਼ ਜਿਹੜੀ $7 ਵਾਲੀ $18 ਵਾਲੀ ਵੇਚ ਰਹੇ ਹੈ। ਸੋ ਦੈਟ ਇਜ਼ ਟੋਟਲੀ ਇਨਸੇਨ। ਇਹ ਤਾਂ ਦੇਖੋ ਕਿਤੇ ਨਾ ਕਿਤੇ ਕੋਈ ਗਵਰਨਮੈਂਟ ਦੀ ਕੋਈ ਕਮੇਟੀ, ਕੋਈ ਕਮਿਸ਼ਨ, ਕੋਈ ਪਾਰਲੀਮੈਂਟ ਦੀ ਕਮੇਟੀ ਇਹ ਤਾਂ ਇਹਨਾਂ ਨੂੰ ਪੁੱਛ ਸਕਦੀ ਹੈ ਕਿ ਤੁਸੀਂ ਦੱਸੋ ਇਹ ਪ੍ਰਾਈਸ ਕਿਵੇਂ ਵਧੀਆ ਜੀ, ਪ੍ਰੋਡਕਸ਼ਨ ਤੋਂ ਲੈ ਕੇ ਤੁਹਾਡੇ ਤੱਕ ਪਹੁੰਚਦਿਆਂ ਇਹ ਪ੍ਰਾਈਸ ਕਿੱਥੇ ਕਿਵੇਂ ਵਧੀਆ, ਇਹ ਤੇ ਪੁੱਛਿਆ ਜਾ ਸਕਦਾ ਉਹਨਾਂ ਨੂੰ। ਐਬਸੋਲੂਟਲੀ ਪੁੱਛਿਆ ਜਾ ਸਕਦਾ ਸਰ, ਲੇਕਿਨ ਸਰਕਾਰਾਂ ਵੀ ਜਿਵੇਂ ਸੁੱਤੀਆਂ ਪਈਆਂ ਔਰ ਲੋਕ ਮੇਰੇ ਖਿਆਲ ਜਦੋਂ ਜਾਗਣਗੇ, ਲੋਕ ਮੇਰੇ ਖਿਆਲ ਜਾਗ ਰਹੇ ਸਰ। ਹੁਣ ਜਦੋਂ ਤੁਸੀਂ ਹੁਣ ਗੱਲ ਕੀਤੀ 1/6 ਕੈਨੇਡੀਅਨ ਫੈਮਲੀਜ਼ ਆਰ ਫੀਲਿੰਗ ਦ ਪਿੰਚ ਔਰ ਲੋਕਾਂ ਕੋਲ ਮਤਲਬ ਖਾਣ ਪੀਣ ਲਈ ਪੈਸੇ ਨਹੀਂ ਹੈਗੇ ਤੇ ਹੋਰ ਤੇ ਕਿੱਥੇ ਵਿਚਾਰੇ ਪੈਸੇ ਲਾਉਣਗੇ। ਕਈ ਵਾਰ ਮੈਨੂੰ ਇਉਂ ਲੱਗਦਾ ਕਿ ਵੀ ਜਿਹੜਾ ਇਹ ਪੈਂਡੈਮਿਕ ਹੈ ਨਾ, ਇਹ ਠੀਕ ਹੈ ਕਿ ਸਰਕਾਰ ਦੇ ਸਿਰ, ਆਉਣ ਵਾਲੀਆਂ ਜਨਰੇਸ਼ਨਾਂ ਦੇ ਸਿਰ ਤੇ ਆਪਾਂ ਕਰਜ਼ਾ ਚੜਾ ਦਿੱਤਾ ਹੈ, ਪਰ ਬਾਕੀ ਸਾਰਿਆਂ ਨੇ ਇਹਨੂੰ ਖੂਬ ਲੁੱਟਿਆ। ਯੈਸ, ਸਾਰਿਆਂ ਦਾ ਫਾਇਦਾ ਹੋਇਆ ਪੈਂਡੈਮਿਕ ਨਾਲ, ਤੇ ਇਹ ਵੀ ਉਸੇ ਦੀ ਇੱਕ ਐਗਜ਼ਾਮਪਲ ਹੈ ਜਿਹੜੀਆਂ ਇਹ ਬੇਸਿਕ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦੇਖ ਰਹੇ ਹਾਂ। ਯੂ ਕੈਨ ਸੇ ਕਿਉਂਕਿ ਆਹ ਮੈਂ ਦੇਖ ਰਿਹਾ ਕੁਝ ਮੈਸੇजेस ਨੇ ਕਿ ਗਰੋਸਰੀ ਸਟੋਰਾਂ ਵਾਲਿਆਂ ਦਾ ਜਿਹੜਾ ਬਿਜ਼ਨਸ ਹੈ ਪੈਂਡੈਮਿਕ ਦੌਰਾਨ ਪ੍ਰੋਫਿਟ ਉਹਨਾਂ ਦਾ ਬਹੁਤ ਵਧਿਆ ਜੀ। ਤੇ ਫਿਰ ਕੁਝ ਦੋਸਤਾਂ ਨੇ ਐਗਜ਼ਾਮਪਲ ਭੇਜੀਆਂ ਨੇ, ਇੱਕੋ ਹੀ ਆਈਟਮ, ਸੇਮ ਆਈਟਮ ਹੈ ਤੇ ਉਹਨਾਂ ਦੀ ਪ੍ਰਾਈਸ ਦਾ ਡਿਫਰੈਂਸ। ਤੇ ਇੱਕ ਕਮਲ ਹੋਰਾਂ ਦਾ ਪੁਆਇੰਟ ਹੈ ਕਿ ਜਿਵੇਂ ਇੰਡੀਆ 'ਚ MRP ਹੁੰਦੀ ਹੈ ਜੀ, ਕਿ ਉਹ ਕਿਉਂਕਿ ਹੁਣ ਮਹਿਸੂਸ ਹੁੰਦਾ ਕਿ ਉੱਦਾਂ ਦੀ ਚੀਜ਼ ਦੀ ਜ਼ਰੂਰਤ ਹੈ ਇੱਥੇ ਜੀ।
ਜਾਂ ਮੈਕਸਿਮਮ ਰਿਟੇਲ ਪ੍ਰਾਈਸ ਇੰਡੀਆ ਦੇ ਅੰਦਰ ਹੁੰਦੀ ਸੀ ਸਰ। ਉਹਦੇ ਅੰਦਰ ਇਹ ਮੁਕਰਰ ਕੀਤਾ ਜਾਂਦਾ ਸੀ ਵੀ ਕੋਈ ਵੀ ਰਿਟੇਲਰ ਜਿਹੜਾ ਹੈ ਇਸ ਪ੍ਰਾਈਸ ਤੋਂ ਵੱਧ ਉਹ ਪ੍ਰੋਡਕਟ ਨੂੰ ਨਹੀਂ ਸੈਲ ਕਰ ਸਕਦਾ। ਇਸ ਕੰਟਰੀ 'ਚ ਐਸਾ ਕੁਛ ਨਹੀਂ ਹੈ। ਇਟਸ ਅ ਫ੍ਰੀ ਕੰਟਰੀ, ਦੇ ਲੀਵ ਇਟ ਟੂ ਦ ਮਾਰਕੀਟ ਫੋਰਸਿਸ, ਬਟ ਦ ਟਾਈਮ ਹੈਜ਼ ਕਮ ਕਿ ਇਹ ਸਰਕਾਰਾਂ ਨੂੰ ਜਿਹੜਾ ਹੈ they should look at it, especially the food items. Food are essential items. They should look at it ਜਿਸ ਤਰ੍ਹਾਂ ਡਰੱਗਸ ਦਾ ਹੈ, ਫਾਰਮਾਸਿਊਟੀਕਲ ਦੇ ਅੰਦਰ ਹੈਗਾ ਆ ਇੱਥੇ ਵੀ, ਇੰਡੀਆ 'ਚ ਵੀ DPC ਇਹ ਹੁੰਦਾ ਬੜੀ ਸੀ। ਕਮਾਲ ਦੀ ਗੱਲ ਹੈ, ਮਤਲਬ ਜਿਹੜੀ ਸਭ ਤੋਂ ਬੇਸਿਕ ਚੀਜ਼ ਹੈ ਉਹਦੇ ਉੱਤੇ ਕੋਈ ਕੰਟਰੋਲ ਨਹੀਂ ਆ ਜੀ। ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉੱਥੇ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਨੇ ਕੁਝ ਹੈਗੇ ਨੇ ਜਾਂ ਫਾਰਮਾਸਿਊਟੀਕਲ 'ਚ ਹੈਗਾ ਸਰ, ਇੱਥੇ ਹੈਗਾ। ਇਸ ਤਰ੍ਹਾਂ ਹੀ ਇਹ ਮੇਰੇ ਹਿਸਾਬ ਦੇ ਨਾਲ ਫੂਡ ਆਈਟਮਸ ਤੇ ਜਿਹੜਾ ਡੇਲੀ ਫੂਡ ਆਈਟਮਸ ਜਿਹੜੀ ਅਸੀਂ ਆਮ ਖਾਂਦੇ ਪੀਂਦੇ ਹਾਂ ਉਸ 'ਤੇ ਜ਼ਰੂਰ ਸਰਕਾਰ ਨੂੰ ਕੋਈ ਐਸਾ ਮੈਕਸਿਮਮ ਰਿਟੇਲ ਪ੍ਰਾਈਸ ਜਾਂ ਕੁਛ ਜ਼ਰੂਰ ਉਹਦੇ ਅੰਦਰ ਇੰਟਰਵੈਂਟ ਕਰਨਾ ਚਾਹੀਦਾ ਹੈ, ਸੋ that ਇਹਨਾਂ 'ਤੇ ਜਿਹੜੀ ਨਕੇਲ ਪਾ ਸਕੇ ਔਰ ਇਹਦੇ ਪ੍ਰਾਈਸ ਨੂੰ ਕੰਟਰੋਲ ਕਰ ਸਕੇ। ਇਹ ਹੁਣ ਮਹਿਸੂਸ ਹੋਣਾ ਸ਼ੁਰੂ ਹੋ ਰਿਹਾ ਜੀ ਜਿਸ ਤਰ੍ਹਾਂ ਦੀ ਸੀਨ ਹੈ ਕਿ ਇਹਦੇ 'ਚ ਜਿਹੜੀ ਗਵਰਨਮੈਂਟ ਇੰਟਰਵੈਂਸ਼ਨ ਹੈ ਇੰਪੋਰਟੈਂਟ ਹੈ। ਤੇ ਕੈਨ ਯੂ ਪਲੀਜ਼ ਫਾਈਂਡ ਆਊਟ ਵਾਟਸ ਗੋਇੰਗ ਔਨ ਵਿਦ ਟਾਇਲਨੋਲ ਤੇ ਐਡਵਿਲ। ਦਵਾਈਆਂ ਵੀ ਨਹੀਂ ਮਿਲ ਰਹੀਆਂ, ਉਹ ਖੈਰ ਇੱਕ ਡਿਫਰੈਂਟ ਪਾਸੇ ਚੱਲ ਜਾਂਗੇ ਅਸੀਂ। ਤੇ ਇਸੇ ਤਰ੍ਹਾਂ ਦੇ ਜਿਹੜੇ ਮੈਸੇਜਸ ਨੇ ਉਹਦੇ 'ਚ ਇੱਕ ਕਾਮਨ ਚੀਜ਼ ਇਹ ਮੈਂ ਦੇਖ ਰਿਹਾ ਕਿ ਜਿਹੜੀਆਂ ਇਸੈਂਸ਼ੀਅਲ ਆਈਟਮਸ ਨੇ ਇਹਨਾਂ ਬਾਰੇ ਜ਼ਰੂਰ ਕੁਛ ਨਾ ਕੁਛ ਗਵਰਨਮੈਂਟ ਨੂੰ ਕਰਨਾ ਚਾਹੀਦਾ। ਤੇ ਹਾਂਜੀ, ਸੋ ਬੇਸਿਕਲੀ ਜਿਹੜਾ ਸਾਰੀ ਇਸ ਗੱਲ ਦਾ ਸਾਰ ਹੈ ਕਿ ਇਸ ਗੱਲ ਨੂੰ ਹੁਣ ਮਹਿਸੂਸ ਕਰਦੇ ਨੇ ਬਹੁਤ ਸਾਰੇ ਲੋਕ ਕਿ ਕਿਤੇ ਨਾ ਕਿਤੇ ਇਹ ਗੜਬੜ ਚੱਲ ਰਹੀ ਹੈ ਜੀ। ਤੇ ਇਹ ਨਿਰਾਪੁਰਾ ਇਸ ਗੱਲ 'ਤੇ ਨਹੀਂ ਛੱਡਿਆ ਜਾ ਸਕਦਾ ਕਿ ਜੋ ਮਾਰਕੀਟ ਫੋਰਸਿਸ ਨੇ ਆਪੇ ਜਿੱਥੇ ਸੈਟਲ ਕਰਨਾ ਉੱਥੇ ਹੋਏ। ਜੀ, ਮਾਰਕੀਟ ਫੋਰਸਿਸ ਤੋਂ ਦੇਖ ਹੀ ਰਹੇ ਹਾਂ ਹਾਂਜੀ। ਕਿੱਥੇ ਉਹਨੇ ਸੈਟਲ ਕਰ ਲਿਆ। ਤੇ ਸਰਕਾਰਾਂ ਨੂੰ ਜ਼ਰੂਰ ਇਸ ਬਾਰੇ ਕੁਝ ਸੋਚਣਾ ਚਾਹੀਦਾ ਸਰ। ਔਰ ਲਾਈਕ ਮੈਂ ਤੁਹਾਨੂੰ ਦੱਸਾਂ ਪਿਛਲੇ ਹਫਤੇ ਇੱਕ ਰਿਟੇਲਰ ਹੈਗੇ ਆ ਆਪਣਾ ਇੰਡੀਅਨ ਗਰੋਸਰੀ ਸਟੋਰ ਦੇ, ਆਈ ਆਸਕਡ ਹਿਮ ਕਿ ਵੀ ਇਹ ਤੁਹਾਨੂੰ ਕੀ ਲੱਗਦਾ ਵੀ ਪ੍ਰਾਈਸਿਸ ਕਿਵੇਂ ਵਧੇ ਆ। ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਕਹਿੰਦੇ ਜੀ ਸੁਰਿੰਦਰਪਾਲ ਜੀ 20 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਇਹ ਬੜਾ ਲਾਊਜ਼ੀ ਜਿਹਾ ਬਿਜ਼ਨਸ ਹੁੰਦਾ ਸੀਗਾ ਤੇ ਇਹ ਪਿਛਲੇ 2 ਸਾਲ 'ਚ ਹੀ ਬੜਾ ਇੰਟਰਸਟਿੰਗ ਹੋਇਆ। ਪੈਸਾ ਤਾਂ ਪਿਛਲੇ 2 ਸਾਲਾਂ ਤੋਂ ਬਣਨਾ ਸ਼ੁਰੂ ਹੋਇਆ। ਯੈਸ ਪਿਛਲੇ 2 ਸਾਲ 'ਚ ਹੀ ਕਹਿੰਦੇ ਇਹ ਇੰਟਰਸਟਿੰਗ ਹੋਇਆ, ਅਦਰਵਾਈਜ਼ ਇਟ ਵਾਸ ਵੈਰੀ ਲਾਊਜ਼ੀ ਬਿਜ਼ਨਸ। ਸੋ ਦੈਟ ਵਾਸ ਹਿਜ਼ ਵਰਡਿੰਗ, ਸੋ ਦੈਟ ਐਕਸਪਲੇਨਸ ਅ ਲੋਟ। ਪਰ ਇੱਥੋਂ ਔਰ ਇਹ ਮੇਰਾ ਖਿਆਲ ਹੈ ਇਨਫ ਚੇਤਾਵਨੀ। ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਅਜੇ ਤੱਕ ਇਸ ਐਂਗਲ ਤੋਂ ਕਿਸੇ ਵੀ ਲੈਵਲ 'ਤੇ ਕੋਈ ਗਵਰਨਮੈਂਟ, ਕੋਈ ਸਟੱਡੀ, ਕੋਈ ਹੋਰ ਕਿਸੇ ਪਾਸਿਓਂ ਨਹੀਂ ਆਇਆ ਔਰ ਇਸ ਚੀਜ਼ ਬਾਰੇ ਸਰਕਾਰ ਨੂੰ ਇਹਦੇ 'ਚ ਨਿਗਾਹ ਮਾਰਨੀ ਚਾਹੀਦੀ ਹੈ। ਐਬਸੋਲੂਟਲੀ ਸੋਚਣਾ, ਸਟੱਡੀ ਕਰਾਉਣੀ ਚਾਹੀਦੀ ਹੈ। ਕੋਈ ਕਮੇਟੀ, ਕੋਈ ਪਾਰਲੀਮੈਂਟ ਦੀ ਕਮੇਟੀ, ਕੋਈ ਪੁੱਛਿਆ ਤਾਂ ਜਾਏ ਨਾ ਇਹਨਾਂ ਨੂੰ। ਜੀ ਜਿਹੜੀਆਂ ਇਹ ਬਾਡੀਜ਼ ਨੇ। ਜੀ ਦੇਖੋ ਪਿੱਛੇ ਲੰਬਰ ਦੇ ਅੰਦਰ ਹੋਇਆ ਸੀ, ਹਾਂਜੀ। ਲੰਬਰ ਸੀ ਐਂਡ ਲੰਬਰ ਨਾਓ ਹੈਜ਼ ਗੋਨ ਡਾਊਨ, ਬਟ ਸੇਮ ਟਾਈਮ ਲੰਬਰ ਦੇ ਨਾਲ ਹਰ ਆਦਮੀ ਦਾ ਵਾਹ ਨਹੀਂ ਪੈਂਦਾ। ਫੂਡ ਆਈਟਮਸ ਦੇਖੋ ਸਰ, ਇਹ ਕੁਛ ਤਾਂ ਇਹ ਜਿਹੜਾ ਡੈਰੀ ਪ੍ਰੋਡਕਟ ਹੈਗੇ ਜੀ, ਇਹ ਤੇ ਕੁਛ ਇਹਦੇ ਅੰਦਰ ਮੈਂ ਸਮਝਦਾ ਕੈਨੇਡਾ ਦਾ ਆਪਣਾ ਪ੍ਰੋਟੈਕਸ਼ਨਿਜ਼ਮ ਵੀ ਹੈਗਾ ਆ ਇਹਦੇ ਅੰਦਰ, ਕਿਉਂਕਿ ਡਾਇਰੀਜ਼ ਜਿਹੜੀਆਂ ਮੋਸਟਲੀ ਕਿਊਬੈਕ ਦੇ ਅੰਦਰ ਨੇ ਤੇ ਇਹ ਕੈਨੇਡਾ ਜਿਹੜਾ ਹੈ ਇਹਨੂੰ ਓਪਨ ਵੀ ਨਹੀਂ ਕਰਨਾ ਚਾਹੁੰਦਾ। ਤੁਸੀਂ ਸੇਮ ਪ੍ਰੋਡਕਟ ਜੇ ਤੁਸੀਂ ਅਮਰੀਕਾ ਤੋਂ ਇਹਨੂੰ ਇੰਪੋਰਟ ਕਰ ਲਓ, ਬਹੁਤ ਸਸਤਾ ਹੋ ਜਾਊਗਾ। ਤੇ ਕੁਝ ਚੀਜ਼ਾਂ ਤੇ ਸਰਕਾਰ ਨੇ ਪ੍ਰੋਟੈਕਟ ਵੀ ਕੀਤੀਆਂ ਹੋਈਆਂ ਨੇ ਆਪਣੇ ਉਸ ਚੀਜ਼ ਨੂੰ, ਆਪਣੇ ਕਹਿ ਲਓ ਵੋਟ ਬੈਂਕ ਨੂੰ ਜਾਂ ਪੋਲਿਟਿਕਸ ਨੂੰ, ਇਸ ਕਰਕੇ ਵੀ ਹੈਗਾ ਆ। ਲੇਕਿਨ ਇਸ ਦੇ ਬਾਵਜੂਦ ਸਰ ਅਕ੍ਰੋਸ ਦਾ ਬੋਰਡ ਤੁਸੀਂ ਦੇਖੋ, ਰਾਈਟ ਫਰੋਮ ਟਮਾਟਰ ਟੂ ਐਨੀ ਆਈਟਮ 30-40% more expensive than any other cities, then definitely ਇਹਦੇ ਅੰਦਰ ਸਰਕਾਰ ਨੂੰ ਇੰਟਰਵੀਨ ਕਰਨਾ ਚਾਹੀਦਾ। ਬਿਲਕੁਲ, ਔਰ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਜੀ। ਤੇ ਅੱਜ ਤੇ ਅਸੀਂ ਇਹਦੀ ਪਹਿਲੀ ਡਿਸਕਸ਼ਨ ਕੀਤੀ ਹੈ, ਪਰ ਮੈਨੂੰ ਲੱਗਦਾ ਕਿ ਇਸ ਪੱਖ ਤੋਂ ਇਹਦੀ ਸਟੱਡੀ ਹੋਰ ਹੋਣੀ ਚਾਹੀਦੀ ਹੈ। ਹੋਰ ਡਿਟੇਲਸ ਮੇਰੀ, ਮੈਂ ਜਿਵੇਂ ਦੱਸਿਆ ਸੀ ਸ਼ੁਰੂ 'ਚ ਮੇਰੀ ਫੂਡ ਸੈਕਟਰ 'ਚ ਕਿਸੇ ਨਾਲ ਗੱਲਬਾਤ ਹੋਈ, ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਲੈਵਲ ਦੇ ਉੱਤੇ ਪ੍ਰਾਈਸ 'ਚ ਕੋਈ ਫਰਕ ਨਹੀਂ ਆ। ਜਦੋਂ ਪਰ ਉਹ ਸਟੋਰ 'ਚ ਪਹੁੰਚ ਜਾਂਦੀ ਹੈ ਤੇ ਉਹਦੀ ਪ੍ਰਾਈਸ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਤੁਹਾਨੂੰ ਚਾਹੀਦਾ ਇਹਦੀ ਸੀਰੀਜ਼ ਚਲਾਓ ਤੁਸੀਂ ਸੁਨੀਲ ਜੀ, ਇੱਕ ਡਿਸਟਰੀਬਿਊਟਰ ਲੈਵਲ ਦੇ ਬੰਦੇ ਲੈ ਕੇ ਆਓ, ਹੋਲਸੇਲਰ ਲੈਵਲ ਦੇ ਬੰਦੇ ਲੈ ਕੇ ਆਓ, ਇੱਕ ਵਾਰੀ ਤੁਸੀਂ ਰਿਟੇਲਰ ਲੈਵਲ, ਇੱਕ ਵਾਰੀ ਪੋਲੀਟੀਸ਼ੀਅਨਸ ਵੀ ਲੈ ਕੇ ਆਓ। ਬਿਲਕੁਲ, ਸੋ ਦੈਟ ਲਾਈਕ ਦਿਸ ਗੋਜ਼ ਟੂ ਦੀ ਲੌਜੀਕਲ ਕਨਕਲੂਜਨ, ਅਦਰਵਾਈਜ਼ ਲੋਕ ਤੇ ਵਿਚਾਰੇ ਪਰੇਸ਼ਾਨ ਨੇ ਜੀ। ਬਿਲਕੁਲ ਜੀ। ਸੋ ਗੱਲ ਇੱਥੇ ਹੀ ਹੁਣ ਫਿਲਹਾਲ ਅੱਜ ਅਸੀਂ ਇੱਥੇ ਹੀ ਖਤਮ ਕਰਾਂਗੇ। ਮੇਰਾ ਖਿਆਲ ਹੈ ਕਿ ਜਿਹੜਾ ਇਹ ਪੱਖ ਹੈ
ਇਹ ਇੱਥੇ ਇੰਨਾ ਕੁ ਜ਼ਰੂਰ ਅਸੀਂ ਮੈਂ ਸਮਝਦਾ ਕਿ ਅੱਜ ਦੀ ਗੱਲਬਾਤ ਦਾ ਇਹ ਕਾਮਯਾਬੀ ਹੈ ਕਿ ਇਸ ਪਾਸੇ ਧਿਆਨ ਲਿਜਾਣ ਦੀ ਲੋੜ ਹੈ, ਇਹਦੇ ਬਾਰੇ ਗੱਲਬਾਤ ਕਰਨ ਦੀ ਲੋੜ ਹੈ, ਇਹਦੇ ਬਾਰੇ ਸਵਾਲ ਪੁੱਛਣ ਦੀ ਲੋੜ ਹੈ, ਔਰ ਈਵਨ ਪੋਲੀਟੀਸ਼ੀਅਨਾਂ ਨੂੰ ਵੀ ਪੁੱਛਣ ਦੀ ਲੋੜ ਹੈ। ਐਬਸੋਲੂਟਲੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ ਜੀ।